ਸਤਿ ਸ਼੍ਰੀ ਅਕਾਲ ਦੋਸਤੋ। ਦੁਹਾਜੂ ਮੇਰੇ ਬਾਪ ਨੂੰ ਉਸਦੇ ਪੱਕੇ ਰੰਗ ਕਰਕੇ ਕਈ ਵਾਰ ਮਿਹਣੇ ਸੁਣਨੇ ਪੈਂਦੇ। ਉਹ ਚੇਤਰ ਵਿਸਾਖ ਦੀਆਂ ਧੁੱਪਾਂ ਵਿੱਚ ਕਣਕ ਦੀ ਗਹਾਈ ਕਰਦਾ, ਪੋਹ ਮਾਘ ਦੀਆਂ ਰਾਤਾਂ ਨੂੰ ਨੱਕੇ ਮੋੜਦਾ। ਉਸ ਨੂੰ ਮੰਡੀ ਗਏ ਨੂੰ ਕਿੰਨੇ ਦਿਨ ਝੋਨੇ ਅਤੇ ਕਣਕ ਦੀ ਰਾਖੀ ਕਰਨੀ ਪੈਂਦੀ। ਨਵੀਂ ਲਿਆਂਦੀ ਨਾਲ ਦੀ ਜਾਨੀ ਕਿ ਮੇਰੀ ਦੂਜੀ ਮਾਂ ਕਈ ਵਾਰ ਜਦੋਂ ਕਿਸੇ ਗੱਲੋਂ ਲੜ ਪਿਆ ਕਰਦੀ ਤੇ ਆਖਦੀ, ਮੈਨੂੰ ਤੇ ਕਈ ਵਧੀਆ ਰਿਸ਼ਤੇ ਆਉਂਦੇ ਸਨ, ਪਤਾ ਨਹੀਂ ਮੇਰੇ ਪਿਓ ਨੂੰ ਤੇਰੇ ਦੁਹਾਜੂ ਵਿੱਚ ਕੀ ਦਿਸਿਆ। ਦੋਹਾਂ ਦੀ ਉਮਰ ਵਿੱਚ ਵੀ 10-12 ਵਰ੍ਹਿਆਂ ਦਾ ਫਰਕ ਸੀ। ਉਹ ਅੱਗੋਂ ਚੁੱਪ ਰਹਿੰਦਾ, ਪਰ ਅੰਦਰੋਂ ਅੰਦਰੀ ਉਸਦੇ ਕਾਲਜੇ ਦਾ ਰੁੱਗ ਭਰਿਆ ਜਾਂਦਾ। ਇਸ ਵੇਲੇ ਉਸ ਨੂੰ ਪਹਿਲੀ ਬੜਾ ਚੇਤੇ ਆਉਂਦੀ ਲੱਗਦੀ। ਮੇਰੀ ਅਸਲ ਮਾਂ ਸੁਭਾਅ ਦੀ ਬੜੀ ਹੀ ਚੰਗੀ ਸੀ, ਹਮੇਸ਼ਾ ਕੰਮ ਹੀ ਕਰਦੀ ਰਹਿੰਦੀ। ਇੱਕ ਦਿਨ ਦੁਪਹਿਰੇ ਗੋਹਾ ਫੇਰਦੀ ਨੂੰ ਐਸਾ ਦਿਮਾਗੀ ਬੁਖਾਰ ਚੜ੍ਹਿਆ ਕਿ ਮੁੜ ਪੈਰਾਂ ਸਿਰ ਨਾ ਹੋ ਸਕੀ। ਪਿੱਛੇ ਛੱਡ ਗਈ 2 ਧੀਆਂ। ਮੈਂ ਤੇ ਉਦੋਂ ਮਸੀਂ 4 ਸਾਲ ਦੀ ਵੀ ਨਹੀਂ ਹੋਈ ਸੀ। ਮੈਨੂੰ ਪਿਓ ਨਾਲ ਸੌਣ ਦੀ ਆਸ ਸੀ, ਪਰ ਨਵੀਂ ਵਿਆਹੀ ਨੇ ਮੈਨੂੰ ਵੱਖਰਾ ਪਾਉਣਾ ਸ਼ੁਰੂ ਕਰ ਦਿੱਤਾ। ਮੈਂ ਕਿੰਨਾ ਚਿਰ ਮੰਜੇ 'ਤੇ ਪਈ ਰੋਂਦੀ ਰਹਿੰਦੀ, ਪਿਓ ਨੂੰ ਆਵਾਜ਼ਾਂ ਮਾਰਦੀ। ਫਿਰ ਵੱਡੀ ਭੈਣ ਮੈਨੂੰ ਥਾਪੜ ਕੇ ਸਵਾ ਦਿਆ ਕਰਦੀ। ਮੈਂ ਫਿਰ ਵੀ ਅੱਧੀ ਰਾਤ ਉੱਠ ਜਾ ਪਿਓ ਦਾ ਬੂਹਾ ਖੜਕਾਉਂਦੀ। ਅੱਗੋਂ ਨਵੀਂ ਮੈਨੂੰ ਝਿੜਕਾਂ ਦੇ ਕੇ ਬਾਹਰ ਕੱਢ ਦਿਆ ਕਰਦੀ। ਇੱਕ ਵਾਰ ਉਸਨੇ ਮੈਨੂੰ ਚਪੇੜ ਵੀ ਕੱਢ ਮਾਰੀ। ਮੈਂ ਅੱਖਾਂ ਮਲਦੀ ਹੋਈ ਨੇ ਅੰਦਰ ਪਿਓ ਵੱਲ ਤੱਕਿਆ, ਪਰ ਉਸਨੇ ਧਿਆਨ ਦੂਜੇ ਪਾਸੇ ਕਰ ਲਿਆ। ਫਿਰ ਨਵੀਂ ਮਾਂ ਦੀ ਕੁੱਖੋਂ ਇੱਕ ਮੁੰਡਾ ਹੋਇਆ। ਕਿੰਨੀ ਸਾਰੀ ਖੁਸ਼ੀ ਮਨਾਈ। ਅਸੀਂ ਦੋਵੇਂ ਹੋਰ ਪਿੱਛੇ ਪਾ ਦਿੱਤੀਆਂ ਗਈਆਂ। ਕਈ ਵਾਰ ਨਿੱਕੇ ਵੀਰ ਨੂੰ ਚਾਅ ਨਾਲ ਚੁੱਕਣ ਲੱਗਦੀਆਂ ਤਾਂ ਰੋਕ ਦਿੱਤਾ ਜਾਂਦਾ। ਅਸੀਂ ਆਪਣੇ ਬਾਪ ਵੱਲ ਵੇਖਦਿਆਂ ਉਹ ਬੇਵੱਸ ਸੀ। ਸਾਡਾ ਦੁੱਖ ਦਰਦ ਸਮਝਦਾ ਸੀ, ਪਰ ਸ਼ਾਇਦ ਕਲੇਸ਼ ਤੋਂ ਡਰਦਾ ਕੁਝ ਨਹੀਂ ਸੀ ਕਰ ਸਕਦਾ। ਫਿਰ ਵੀ ਲੁਕ ਛਿਪ ਕੇ ਸਾਨੂੰ ਦੋਹਾਂ ਨੂੰ ਪਲੋਸ ਦਿਆ ਕਰਦਾ। ਅਸੀਂ ਦੋਵੇਂ ਪਿੰਡ ਦੇ ਸਰਕਾਰੀ ਸਕੂਲ ਜਾਇਆ ਕਰਦੀਆਂ ਸੀ, ਪਰ ਨਿੱਕੇ ਨੂੰ ਸਪੈਸ਼ਲ ਸ਼ਹਿਰੋਂ ਬੱਸ ਲੈਣ ਆਇਆ ਕਰਦੀ। ਦੋਵੇਂ ਸਕੂਲੋਂ ਆਉਂਦੀਆਂ ਤਾਂ ਜੂਠੇ ਭਾਂਡਿਆਂ ਤੇ ਗੰਦੇ ਲੀੜਿਆਂ ਦਾ ਢੇਰ ਸਾਨੂੰ ਉਡੀਕ ਰਿਹਾ ਹੁੰਦਾ। ਫਿਰ ਇੱਕ ਦਿਨ ਸ਼ਹਿਰੋਂ ਆਉਂਦੇ ਦਾ ਐਕਸੀਡੈਂਟ ਹੋ ਗਿਆ। ਉਸ ਨੂੰ ਮੰਜੀ 'ਤੇ ਪਾ ਕੇ ਘਰੇ ਲਿਆਏ। ਮੈਂ ਖਹਿੜੇ ਪੈ ਗਈ, ਮੰਜੇ 'ਤੇ ਪਏ ਨਾਲੋਂ ਵੱਖ ਨਾ ਹੋਵਾਂ। ਲੋਕਾਂ ਜ਼ਬਰਦਸਤੀ ਅੱਡ ਕਰ ਦਿੱਤਾ। ਸੰਸਕਾਰ ਕਰਨ ਚੱਲੇ ਤਾਂ ਫਿਰ ਅੱਗੇ ਲੇਟ ਹੋ ਗਈ। ਆਖਿਆ ਮੈਂ ਵੀ ਨਾਲ ਜਾਣਾ ਏ। ਫਿਰ ਫੁੱਲ ਚੁਗੇ ਭੋਗ ਪੈ ਗਿਆ ਤੇ ਦੁਨੀਆ ਆਪੋ ਆਪਣੇ ਧੰਦਿਆਂ ਵਿੱਚ ਰੁੱਝ ਗਈ। ਨਵੀਂ ਜ਼ਮੀਨ ਦਾ ਹਿਸਾਬ ਕਰ ਆਪਣੇ ਰਾਹ ਪਈ। ਭਵਿੱਖ ਸਾਡੇ ਦੋਹਾਂ ਭੈਣਾਂ ਅੱਗੇ ਸਵਾਲੀਆ ਨਿਸ਼ਾਨ ਬਣ ਖਲੋ ਗਿਆ। ਫਿਰ ਮੈਨੂੰ ਨਾਨਕੇ ਛੱਡ ਆਏ ਤੇ ਵੱਡੀ ਭੈਣ ਚਾਚੇ ਹੋਰਾਂ ਰੱਖ ਲਈ। ਨਾਨਕੇ ਮੇਰਾ ਜੀ ਨਾ ਲੱਗਿਆ ਕਰੇ। ਮੈਨੂੰ ਥਾਪੜਨ ਵਾਲੀ ਭੈਣ ਮੇਰੇ ਕੋਲ ਨਹੀਂ ਸੀ। ਕਦੀ ਆਉਂਦੀ, ਫਿਰ ਉਸਦਾ ਚੇਤਾ ਜਿਹਾ ਭੁੱਲ ਗਿਆ। ਥੋੜ੍ਹੀ ਵੱਡੀ ਹੋਈ ਤਾਂ ਮਾਮਾ ਮੈਨੂੰ ਆਪਣੇ ਕੋਲ ਕੈਨੇਡਾ ਲੈ ਆਇਆ। ਬਚਪਨ ਤੇ ਜਵਾਨੀ ਦਾ ਚੜ੍ਹਾਅ ਐਨੇ ਤੂਫਾਨਾਂ ਤੇ ਜਵਾਰ ਭਾਟਿਆਂ ਥਾਣੀ ਹੋ ਕੇ ਗੁਜ਼ਰਿਆ ਕਿ ਮਾਮੀ ਦੀਆਂ ਝਿੜਕਾਂ ਮੈਨੂੰ ਆਮ ਜੀ ਗੱਲ ਲੱਗਦੀ। ਕੁਝ ਆਖਦੇ ਮੈਂ ਢੀਠ ਹੋ ਗਈ ਸਾਂ। ਉਮਰੋਂ ਪਹਿਲਾਂ ਹੀ ਜ਼ਿੰਦਗੀ ਦੀ ਸਮਝ ਆ ਗਈ। ਮੇਰੇ ਕੋਲ 2 ਰਾਹ ਸਨ, ਇੱਕ ਤੇ ਆਪਣੇ ਨਾਲ ਹੋਈ ਦਾ ਕਿਸੇ ਕੋਲੋਂ ਬਦਲਾ ਲੈਂਦੀ ਤੇ ਜਾਂ ਫਿਰ ਕਿਸੇ ਆਪਣੇ ਵਰਗੇ ਹਾਲਾਤਾਂ ਦੇ ਮਾਰੇ ਦੀ ਹਾਣ ਬਣ ਬਹਿੰਦੀ। ਹੁਣ ਮੇਰੇ ਲਈ ਚਮੜੀ ਦਾ ਰੰਗ, ਪੈਸੇ, ਜ਼ਮੀਨ ਜਾਇਦਾਦ, ਦੌਲਤ, ਸ਼ੌਹਰਤ, ਦਿਖਾਵਾ ਕੋਈ ਚੀਜ਼ ਵੀ ਐਨੀ ਜ਼ਿਆਦਾ ਮਾਇਨੇ ਨਹੀਂ ਰੱਖਦੀ ਸੀ। ਆਪਣੇ ਜ਼ਿਹਨ ਤੇ ਵਜੂਦ ਨੂੰ ਲੋੜ ਜੋਗੇ ਪੈਸੇ ਕਮਾਉਣ ਦੇ ਕਾਬਿਲ ਬਣਾਇਆ। ਬਹੁਤ ਕੁਝ ਸੋਚਣ ਸਮਝਣ ਮਗਰੋਂ ਇੱਕ ਐਸੇ ਦੁਹਾਜੂ ਨਾਲ ਲਾਵਾਂ ਲਈਆਂ ਜਿਸ ਦੀ ਪਹਿਲੀ ਵਹੁਟੀ ਇੱਕ ਨਿੱਕਾ ਜਿਹਾ ਬੱਚਾ ਛੱਡ ਕਿਸੇ ਹੋਰ ਨਾਲ ਰਹਿਣ ਚਲੀ ਗਈ ਸੀ। ਰੰਗ ਦਾ ਭਾਵੇਂ ਥੋੜ੍ਹਾ ਪੱਕਾ ਹੀ ਹੈ, ਪਰ ਸੁਭਾਅ ਦਾ ਐਸਾ ਜਿੱਦਾਂ ਤਪਦੇ ਰੇਗਿਸਤਾਨ ਵਿੱਚ ਠੰਡੀ ਹਵਾ ਦਾ ਬੁੱਲਾ। ਦੁਹਾਜੂ ਹੋਣਾ ਮਾੜਾ ਨਹੀਂ, ਮਾੜਾ ਹੁੰਦਾ ਹੈ ਕਿਸੇ ਹਾਲਾਤਾਂ ਦੇ ਮਾਰੇ ਜਿਉਂਦੇ ਜਾਗਦੇ ਇਨਸਾਨ ਨੂੰ ਤੋਹਮਤਾਂ ਦੀ ਪੰਡ ਚੁਕਾ ਉਸਦੀ ਜ਼ਿੰਦਗੀ ਨਰਕ ਬਣਾ ਦੇਣੀ। ਧੰਨਵਾਦ ਦੋਸਤੋ। ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ।